ਧੰਜਲ ਟਿਊਟੋਰੀਅਲਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਬੱਚੋ, ਅੱਜ ਅਸੀਂ 10ਵੀਂ ਕਲਾਸ ਦਾ ਸਾਇੰਸ ਦਾ ਜੋ ਟੌਪਿਕ ਪੜ੍ਹਨ ਜਾ ਰਹੇ ਹਾਂ ਉਸ ਦਾ ਨਾਮ ਹੈ ਰੀਫ੍ਰੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦਾ ਅਪਵਰਤਨ। ਹਾਂਜੀ, ਰੀਫ੍ਰੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦਾ ਅਪਵਰਤਨ। ਤਾਂ ਰੀਫ੍ਰੈਕਸ਼ਨ ਆਫ ਲਾਈਟ ਕੀ ਹੈ? ਵੈਨ ਲਾਈਟ ਟਰੈਵਲਸ obliquely from one transparent medium into another, it gets bent. This bending of light is called refraction of light. ਤਾਂ ਬੱਚੇ, ਪ੍ਰਕਾਸ਼ ਦਾ ਅਪਵਰਤਨ ਕੀ ਹੈ ਕਿ ਜਦੋਂ ਕੋਈ ਤਿਰਛੀ ਆ ਰਹੀ ਪ੍ਰਕਾਸ਼ ਦੀ ਕਿਰਨ ਦੋ ਪਾਰਦਰਸ਼ੀ ਮਾਧਿਅਮ, ਜਿਨ੍ਹਾਂ ਵਿੱਚੋਂ ਇੱਕ ਵਿਰਲਾ ਮਾਧਿਅਮ ਹੈ ਅਤੇ ਇੱਕ ਸੰਘਣਾ ਮਾਧਿਅਮ ਹੈ, ਤਾਂ ਜਦੋਂ ਕੋਈ ਤਿਰਛੀ ਆ ਰਹੀ ਪ੍ਰਕਾਸ਼ ਦੀ ਕਿਰਨ ਇੱਕ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਉਹ ਮੁੜ ਜਾਂਦੀ ਹੈ। ਕਿਸ ਦਿਸ਼ਾ ਵਿੱਚ ਮੁੜੇਗੀ ਬੱਚੇ? ਇਹ ਅਭਿਲੰਬ ਵੱਲ ਮੁੜੇਗੀ। ਇਸੇ ਤਰ੍ਹਾਂ ਹੀ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਸੰਘਣੇ ਮਾਧਿਅਮ ਤੋਂ ਇੱਕ ਵਿਰਲੇ ਮਾਧਿਅਮ ਵਿੱਚ ਜਾਏਗੀ ਤਾਂ ਇਹ ਅਭਿਲੰਬ ਤੋਂ ਦੂਰ ਚਲੀ ਜਾਏਗੀ। ਤਾਂ ਇਸ ਪ੍ਰਕਾਸ਼ ਤੇ ਇਸ ਵਰਤਾਰੇ ਨੂੰ ਕੀ ਕਿਹਾ ਜਾਂਦਾ ਬੱਚੇ? ਰੀਫ੍ਰੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦਾ ਅਪਵਰਤਨ। When light travels from a rarer medium to a denser medium, it bends towards the normal. ਤਾਂ ਬੱਚੇ, ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਵਿਰਲੇ ਮਾਧਿਅਮ, ਤਾਂ ਇੱਥੇ ਬੱਚੇ ਵਿਰਲਾ ਮਾਧਿਅਮ ਕਿਸ ਨੂੰ ਮੰਨਿਆ ਸੀ? 에ਅਰ ਜਾਂ ਹਵਾ ਨੂੰ। ਤਾਂ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵੱਲ ਜਾਂਦੀ ਹੈ ਤਾਂ ਬੱਚੇ, ਤੇ ਸੰਘਣਾ ਮਾਧਿਅਮ ਕੀ ਲਿਆ ਸੀ? ਵਾਟਰ ਜਾਂ ਪਾਣੀ। ਤਾਂ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਇਹ ਪ੍ਰਕਾਸ਼ ਦੀ ਕਿਰਨ ਜੋ ਹੈ ਇਹ ਅਭਿਲੰਬ ਵੱਲ ਨੂੰ ਝੁਕ ਜਾਂਦੀ ਹੈ। When light travels from a denser medium to a rarer medium, it bends away from the normal. ਤਾਂ ਬੱਚੇ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵੱਲ ਜਾਂਦੀ ਹੈ ਤਾਂ ਇਹ ਜੋ ਪ੍ਰਕਾਸ਼ ਦੀ ਕਿਰਨ ਹੈ ਇਹ ਅਭਿਲੰਬ ਤੋਂ ਦੂਰ ਮੁੜ ਜਾਂਦੀ ਹੈ। ਹਾਂਜੀ, ਰੀਫ੍ਰੈਕਸ਼ਨ ਆਫ ਲਾਈਟ ਥਰੂ ਅ ਰੈਕਟੈਂਗੂਲਰ ਗਲਾਸ ਸਲੈਬ। ਤਾਂ ਬੱਚੇ, ਇਹ ਦੇਖੋ, ਇਹ ਇੱਕ ਗਲਾਸ ਸਲੈਬ ਹੈ। ਤਾਂ ਇਸ ਗਲਾਸ ਸਲੈਬ ਵਿੱਚ ਦੀ ਪ੍ਰਕਾਸ਼ ਦਾ ਅਪਵਰਤਨ ਕਿਸ ਤਰ੍ਹਾਂ ਹੋਵੇਗਾ? When a ray of light passes through a rectangular glass slab, it gets bent twice at the air glass interface and at the glass air interface. ਤਾਂ ਬੱਚੇ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਰੈਕਟੈਂਗੂਲਰ ਗਲਾਸ ਸਲੈਬ ਉੱਪਰ ਪੈਂਦੀ ਹੈ ਤਾਂ ਇਹ ਜੋ ਪ੍ਰਕਾਸ਼ ਦੀ ਕਿਰਨ ਹੈ ਇਹ ਦੋ ਵਾਰ ਮੁੜਦੀ ਹੈ। ਦੋ ਵਾਰ ਕਿੱਥੇ ਕਿੱਥੇ ਮੁੜਦੀ ਹੈ? ਇੱਕ ਤਾਂ ਦੇਖੋ, ਜਦੋਂ ਪ੍ਰਕਾਸ਼ ਦੀ ਕਿਰਨ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਦੇ ਵਿੱਚ, ਜਾਂ ਆਪਾਂ ਕਹਿ ਲਈਏ ਕਿ ਇਹ ਹਵਾ ਤੋਂ ਕੱਚ ਦੇ ਵਿੱਚ ਜਾਂਦੀ ਹੈ, ਉਦੋਂ ਇਹ ਮੁੜਦੀ ਹੈ। ਤੇ ਦੂਸਰੀ ਵਾਰ ਬੱਚੇ ਕਦੋਂ ਮੁੜਦੀ ਹੈ? ਜਦੋਂ ਇਹ ਕੱਚ ਤੋਂ ਬਾਹਰ ਹਵਾ ਦੇ ਵਿੱਚ ਆਉਂਦੀ ਹੈ। ਤਾਂ ਇਸ ਤਰ੍ਹਾਂ ਇੱਕ ਗਲਾਸ ਸਲੈਬ ਦੇ ਵਿੱਚ ਜੋ ਪ੍ਰਕਾਸ਼ ਦੀ ਕਿਰਨ ਹੈ ਇਹ ਦੋ ਵਾਰ ਮੁੜਦੀ ਹੈ। ਇੱਕ ਵਾਰੀ ਕਦੋਂ ਮੁੜਦੀ ਹੈ ਬੱਚੇ? ਜਦੋਂ ਹਵਾ ਚੋਂ ਪ੍ਰਕਾਸ਼ ਦੀ ਕਿਰਨ ਸਲੈਬ ਦੇ ਅੰਦਰ ਜਾ ਰਹੀ ਹੈ। ਤੇ ਦੂਸਰੀ ਵਾਰ ਕਦੋਂ ਮੁੜਦੀ ਹੈ? ਜਦੋਂ ਸਲੈਬ ਦੇ ਵਿੱਚੋਂ ਬਾਹਰ ਹਵਾ ਦੇ ਵਿੱਚ ਆ ਰਹੀ ਹੈ। The emergent ray is parallel to the incident ray and is displaced through a distance. ਤਾਂ ਬੱਚੇ, ਇਹ ਜੋ ਬਾਹਰ ਆ ਰਹੀ ਪ੍ਰਕਾਸ਼ ਦੀ ਕਿਰਨ ਹੈ ਇਹ ਜੋ ਸਲੈਬ ਦੇ ਅੰਦਰ ਜੋ ਆ ਰਹੀ ਪ੍ਰਕਾਸ਼ ਦੀ ਕਿਰਨ ਹੈ ਇਹ ਦੋਨੋਂ ਕਿਰਨਾਂ ਇੱਕ ਦੂਜੇ ਦੇ ਕੀ ਹੈ? ਸਮਾਨਾਂਤਰ ਹੁੰਦੀਆਂ ਨੇ, ਜਾਂ ਆਪਾਂ ਕਹਿ ਲਈਏ ਕਿ ਇਹ ਦੋਨੋਂ ਕਿਰਨਾਂ ਇੱਕ ਦੂਜੇ ਦੇ
ਪੈਰਲਲ ਹੁੰਦੀਆਂ ਹਨ। ਹਾਂਜੀ ਬੱਚੇ, ਅੱਗੇ ਆ ਗਿਆ laws of refraction ਜਾਂ ਪ੍ਰਕਾਸ਼ ਦੇ ਅਪਵਰਤਨ ਦੇ ਨਿਯਮ। ਹਾਂਜੀ, law 1, the incident ray, the refracted ray and the normal at the point of incidence all lie on the same plane। ਤਾਂ ਬੱਚੇ, ਜੋ ਪ੍ਰਕਾਸ਼ ਦੇ ਅਪਵਰਤਨ ਦਾ ਜੋ ਪਹਿਲਾ ਨਿਯਮ ਹੈ ਉਹ ਕੀ ਕਹਿੰਦਾ ਹੈ ਕਿ ਆਪਾਤੀ ਕਿਰਨ, ਅਪਵਰਤਿਤ ਕਿਰਨ ਅਤੇ ਅਭਿਲੰਬ ਸਾਰੇ ਇੱਕੋ ਹੀ ਤਲ ਤੇ ਮੌਜੂਦ ਹੁੰਦੇ ਹਨ। Law 2, for two given media the ratio sin I by sin R is a constant where I is the angle of incidence and R is the angle of refraction। This relationship is also known as Snell's law। ਤਾਂ ਬੱਚੇ, ਜੋ ਪ੍ਰਕਾਸ਼ ਦਾ ਅਪਵਰਤਨ ਦਾ ਜੋ ਦੂਸਰਾ ਨਿਯਮ ਹੈ ਇਸ ਨੂੰ ਸਨੈਲਜ਼ ਲਾਅ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਬੱਚੇ, ਸਨੈਲਜ਼ ਲਾਅ ਕੀ ਹੈ? ਸਨੈਲਜ਼ ਲਾਅ ਜੋ ਹੈ ਬੱਚੇ, ਇਹ ਸਾਈਨ ਐਂਗਲ ਆਫ ਇਨਸੀਡੈਂਸ, ਠੀਕ ਹੈ, ਸਾਈਨ ਆਪਾਤੀ ਕਿਰਨ ਦਾ ਕੋਣ ਤੇ ਸਾਈਨ ਐਂਗਲ ਆਫ ਰੀਫਰੈਕਸ਼ਨ ਤੇ ਸਾਈਨ ਅਪਵਰਤਿਤ ਕਿਰਨ ਦਾ ਜੋ ਕੋਣ ਹੈ, ਇਹਨਾਂ ਦੋਨਾਂ ਦਾ ਜੋ ਅਨੁਪਾਤ ਹੈ ਉਹ ਕਹਿੰਦਾ ਸਥਿਰ ਹੁੰਦਾ ਜਾਂ ਕਾਂਸਟੈਂਟ ਹੁੰਦਾ ਹੈ। ਇਸ ਜੋ ਫਾਰਮੂਲਾ ਹੈ ਇਸ ਨੂੰ ਅਸੀਂ ਸਨੈਲਜ਼ ਲਾਅ ਵੀ ਕਹਿ ਦਿੰਦੇ ਹਾਂ। ਤਾਂ ਇੱਕ ਗੱਲ ਹੋਰ ਨੋਟ ਕਰੋ ਬੱਚੇ, ਸਾਈਨ ਐਂਗਲ ਆਫ ਇਨਸੀਡੈਂਸ ਅਤੇ ਸਾਈਨ ਐਂਗਲ ਆਫ ਰੀਫਰੈਕਸ਼ਨ ਇਹ ਕਿਸ ਦੇ ਬਰਾਬਰ ਹੁੰਦੇ ਹਨ? ਰੀਫਰੈਕਟਿਵ ਇੰਡੈਕਸ ਦੇ। ਤਾਂ ਹੁਣ ਬੱਚੇ, ਰੀਫਰੈਕਟਿਵ ਇੰਡੈਕਸ ਕੀ ਹੁੰਦਾ ਹੈ? ਰੀਫਰੈਕਟਿਵ ਇੰਡੈਕਸ ਇਜ਼ ਰੀਫਰੈਕਟਿਵ ਇੰਡੈਕਸ ਆਫ medium 2 with respect to medium 1। ਤਾਂ ਬੱਚੇ, ਰੀਫਰੈਕਟਿਵ ਇੰਡੈਕਸ ਜੋ ਹੈ ਉਹ ਮਾਧਿਅਮ ਦੂਜੇ ਦਾ ਰੀਫਰੈਕਟਿਵ ਇੰਡੈਕਸ ਹੁੰਦਾ ਹੈ ਮਾਧਿਅਮ ਪਹਿਲੇ ਦੇ ਅਨੁਸਾਰ। ਹਾਂਜੀ, ਅੱਗੇ ਦੇਖੋ, ਰੀਫਰੈਕਟਿਵ ਇੰਡੈਕਸ ਕੀ ਹੁੰਦਾ ਹੈ? This is a measure of how much light slows down when it goes into a new medium। ਤਾਂ ਹੁਣ ਦੇਖੋ ਬੱਚੇ, ਰੀਫਰੈਕਟਿਵ ਇੰਡੈਕਸ ਨੂੰ ਅਸੀਂ ਡਿਟੇਲ ਦੇ ਵਿੱਚ ਦੇਖੀਏ ਕਿ ਰੀਫਰੈਕਟਿਵ ਇੰਡੈਕਸ ਕੀ ਹੁੰਦਾ ਹੈ। ਤਾਂ ਰੀਫਰੈਕਟਿਵ ਇੰਡੈਕਸ ਬੱਚੇ ਇਹ ਮਾਪਦਾ ਹੈ ਕਿ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਦੇ ਵਿੱਚ ਜਾਂਦੀ ਹੈ ਤਾਂ ਉਹ ਕਿੰਨੀ ਹੌਲੀ ਹੋ ਜਾਂਦੀ ਹੈ। ਹਾਂਜੀ, ਰੀਫਰੈਕਟਿਵ ਇੰਡੈਕਸ ਜੋ ਹੈ ਇਸ ਨੂੰ ਅਸੀਂ ਸਿੰਬਲ n ਦੇ ਨਾਲ ਪ੍ਰਦਰਸ਼ਿਤ ਕਰਦੇ ਹਾਂ, ਜਿਸ ਤਰ੍ਹਾਂ ਕਿ ਇਸ ਫਾਰਮੂਲੇ ਦੇ ਵਿੱਚ ਦਿਖਾਇਆ ਗਿਆ ਹੈ। ਇੰਡੈਕਸ ਆਫ ਰੀਫਰੈਕਸ਼ਨ ਜਾਂ ਰੀਫਰੈਕਟਿਵ ਇੰਡੈਕਸ, ਇਹਦਾ ਸਿੰਬਲ ਕੀ ਹੈ ਬੱਚੇ? n, ਛੋਟਾ n ਇਜ਼ ਇਕੁਅਲ ਟੂ ਕਿਸ ਦੇ ਬਰਾਬਰ ਹੈ? c। c ਕੀ ਹੈ ਬੱਚੇ? ਵੈਲੋਸਿਟੀ ਆਫ ਲਾਈਟ ਇਨ ਵੈਕਿਊਮ। ਤਾਂ ਇਹ ਵੈਕਿਊਮ ਦੇ ਵਿੱਚ ਪ੍ਰਕਾਸ਼ ਦੀ ਚਾਲ ਹੈ। ਤਾਂ ਬੱਚੇ, ਵੈਕਿਊਮ ਕੀ ਹੁੰਦਾ ਹੈ? ਵੈਕਿਊਮ ਹੁੰਦਾ ਬੱਚੇ ਖਲਾ ਜਿੱਥੇ ਹਵਾ ਵੀ ਮੌਜੂਦ ਨਹੀਂ ਹੁੰਦੀ, ਬਾਈ v। ਤਾਂ v ਕੀ ਹੈ ਬੱਚੇ? ਵੈਲੋਸਿਟੀ ਆਫ ਲਾਈਟ ਇਨ ਦਾ ਮੀਡੀਅਮ। ਤਾਂ v ਕੀ ਹੈ? ਲਾਈਟ ਦੀ ਵੈਲੋਸਿਟੀ ਉਸ ਦਿੱਤੇ ਹੋਏ ਮਾਧਿਅਮ ਦੇ ਵਿੱਚ। ਤਾਂ ਇਸ ਤਰ੍ਹਾਂ n ਹੈ ਜਾਂ ਰੀਫਰੈਕਟਿਵ ਇੰਡੈਕਸ ਹੈ ਕਿਸ ਦੇ ਬਰਾਬਰ ਹੁੰਦਾ? c। c ਕੀ ਹੈ? ਸਪੀਡ ਆਫ ਲਾਈਟ ਇਨ ਵੈਕਿਊਮ ਜਾਂ ਪ੍ਰਕਾਸ਼ ਦੀ ਚਾਲ ਵੈਕਿਊਮ ਦੇ ਵਿੱਚ, ਠੀਕ ਹੈ। ਵੈਕਿਊਮ ਤੁਹਾਨੂੰ ਦੱਸਿਆ ਸੀ ਕੀ ਹੁੰਦਾ ਬੱਚੇ? ਜਿੱਥੇ ਕੀ ਹੈ ਹਵਾ ਵੀ ਮੌਜੂਦ ਨਹੀਂ ਹੁੰਦੀ, ਬਟੇ ਪ੍ਰਕਾਸ਼ ਦੀ ਚਾਲ ਮਾਧਿਅਮ ਦੇ ਵਿੱਚ, ਠੀਕ ਹੈ ਜੀ। ਇਸ ਨੂੰ ਅਸੀਂ v ਦੇ ਨਾਲ ਪ੍ਰਦਰਸ਼ਿਤ ਕਰਦੇ ਹਾਂ। ਹਾਂਜੀ ਬੱਚੇ, ਅੱਗੇ ਆ ਗਿਆ ਆਪਣਾ ਸਫੈਰੀਕਲ ਲੈਂਸਿਸ ਜਾਂ ਗੋਲਾਕਾਰ ਲੈਂਸ। A spherical lens is a transparent material bounded by two surfaces, one or both of which are spherical। ਤਾਂ ਬੱਚੇ, spherical lens ਜਾਂ ਗੋਲਾਕਾਰ ਲੈਂਸ ਕੀ ਹੁੰਦੇ ਨੇ? ਗੋਲਾਕਾਰ ਲੈਂਸ ਜੋ ਹਨ ਉਹ ਕੀ ਹੈ? ਇੱਕ ਪਾਰਦਰਸ਼ੀ ਮਾਧਿਅਮ ਦੇ ਬਣੇ ਹੁੰਦੇ ਹਨ ਜਿਹੜਾ ਕਿ ਦੋ
ਗੋਲਾਕਾਰ ਸਤਹਾਂ ਦਾ ਬਣਿਆ ਹੁੰਦਾ ਹੈ। Spherical lenses are of two main types. They are convex and concave lenses. ਤਾਂ ਬੱਚੇ ਇਹ ਜੋ spherical lens ਹਨ ਜਾਂ ਇਹ ਜੋ ਗੋਲਾਕਾਰ ਲੈਂਸ ਹਨ ਇਹ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਕਨਵੈਕਸ ਲੈਂਸ ਜਾਂ ਜਿਸ ਨੂੰ ਅਸੀਂ ਉੱਤਲ ਲੈਂਸ ਵੀ ਕਹਿ ਦਿੰਦੇ ਹਾਂ, ਤੇ ਦੂਸਰਾ ਕਿਹੜਾ ਬੱਚੇ ਕਨਕੇਵ ਲੈਂਸ ਜਿਸ ਨੂੰ ਅਸੀਂ ਕੀ ਹੈ ਅਵਤਲ ਲੈਂਸ ਵੀ ਕਹਿ ਦਿੰਦੇ ਹਾਂ। ਹਾਂਜੀ, ਪਹਿਲਾਂ ਦੇਖੋ ਕਨਵੈਕਸ ਲੈਂਸ ਕੀ ਹੈ। ਕਨਵੈਕਸ ਲੈਂਸ ਇਜ਼ ਥਿਕਰ in the middle and thinner at the edges. Ray of light parallel to the principal axis after refraction through a convex lens meet at a point on the principal axis. ਤਾਂ ਬੱਚੇ convex lens ਜਾਂ ਉੱਤਲ ਲੈਂਸ ਕੀ ਹੁੰਦਾ ਹੈ? ਉੱਤਲ ਲੈਂਸ ਜੋ ਹੈ ਬੱਚੇ ਇਹ ਵਿਚਕਾਰੋਂ ਮੋਟਾ ਅਤੇ ਸਿਰਿਆਂ ਤੋਂ ਪਤਲਾ ਹੁੰਦਾ ਹੈ, ਤੇ ਜਦੋਂ ਕੋਈ ਇਸ ਦੇ ਮੁੱਖ ਧੁਰੇ ਦੇ ਸਮਾਨਾਂਤਰ ਕੋਈ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਹਨ ਤਾਂ ਇਹ ਸਾਰੀਆਂ ਪ੍ਰਕਾਸ਼ ਦੀਆਂ ਕਿਰਨਾਂ ਅਪਵਰਤਨ ਤੋਂ ਬਾਅਦ ਲੈਂਸ ਦੇ ਫੋਕਸ ਦੇ ਉੱਤੇ ਜਾ ਕੇ ਮਿਲਦੀਆਂ ਹਨ। ਹਾਂਜੀ ਬੱਚੇ, ਅੱਗੇ ਆ ਗਿਆ ਕਨਕੇਵ ਲੈਂਸ ਜਾਂ ਅਵਤਲ ਲੈਂਸ ਕੀ ਹੁੰਦਾ ਹੈ। ਹਾਂਜੀ, ਕਨਕੇਵ ਲੈਂਸ is thinner in the middle and thicker at the edges. Rays of light parallel to the principal axis after refraction get diverged and appear to come from a point on the principal axis on the same side of the lens. ਤਾਂ ਬੱਚੇ ਕਨਕੇਵ ਲੈਂਸ ਜਾਂ ਅਵਤਲ ਲੈਂਸ ਕੀ ਹੁੰਦਾ ਹੈ? ਅਵਤਲ ਲੈਂਸ ਜੋ ਹੈ ਇਹ ਵਿਚਕਾਰੋਂ ਪਤਲਾ ਅਤੇ ਸਿਰਿਆਂ ਤੋਂ ਮੋਟਾ ਹੁੰਦਾ ਹੈ, ਤੇ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਆ ਰਹੀਆਂ ਹਨ, ਜਦੋਂ ਕੋਈ ਪ੍ਰਕਾਸ਼ ਦੀਆਂ ਕਿਰਨਾਂ ਮੁੱਖ ਧੁਰੇ ਦੇ ਸਮਾਨਾਂਤਰ ਆਉਂਦੀਆਂ ਹਨ ਤਾਂ ਉਹ ਇਸ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਇੱਕ ਦੂਜੇ ਤੋਂ ਦੂਰ ਦੂਰ ਚਲੀਆਂ ਜਾਂਦੀਆਂ ਹਨ। ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਜੋ ਅਵਤਲ ਲੈਂਸ ਹੈ ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਖੰਡਾ ਦਿੰਦਾ ਹੈ, ਤੇ ਸਾਨੂੰ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜੋ ਪ੍ਰਕਾਸ਼ ਦੀਆਂ ਕਿਰਨਾਂ ਹਨ ਇਹ ਲੈਂਸ ਦੇ ਉਸੇ ਪਾਸੇ ਤੋਂ ਹੀ ਕਿਸੇ ਪੁਆਇੰਟ ਤੋਂ ਆ ਰਹੀਆਂ ਹਨ। ਰੀਫ੍ਰੈਕਸ਼ਨ ਬਾਏ ਸਫੈਰਿਕਲ ਲੈਂਸਿਸ। ਹਾਂਜੀ, ਗੋਲਾਕਾਰ ਲੈਂਸਾਂ ਦੁਆਰਾ ਅਪਵਰਤਨ। In a convex lens, a ray of light parallel to the principal axis after refraction passes through the focus on the other side of the lens. ਤਾਂ ਬੱਚੇ ਇਹ ਜੋ convex lens ਹੈ ਜਾਂ ਜਿਸ ਨੂੰ ਅਸੀਂ ਉੱਤਲ ਲੈਂਸ ਵੀ ਕਹਿ ਦਿੰਦੇ ਹਾਂ, ਤਾਂ ਬੱਚੇ ਉੱਤਲ ਲੈਂਸ ਦੇ ਵਿੱਚ ਜਦੋਂ ਮੁੱਖ ਧੁਰੇ ਦੇ ਸਮਾਨਾਂਤਰ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਲੈਂਸ ਵਿੱਚੋਂ ਨਿਕਲਦੀਆਂ ਹਨ ਤਾਂ ਇਹ ਲੈਂਸ ਵਿੱਚੋਂ ਨਿਕਲਣ ਤੋਂ ਬਾਅਦ ਇੱਕ ਪੁਆਇੰਟ ਉੱਤੇ ਇਕੱਠੀਆਂ ਹੁੰਦੀਆਂ ਹਨ। ਉਸ ਪੁਆਇੰਟ ਨੂੰ ਕੀ ਕਿਹਾ ਜਾਂਦਾ ਹੈ? ਫੋਕਸ। ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜੋ ਉੱਤਲ ਲੈਂਸ ਹੈ ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰ ਦਿੰਦਾ ਹੈ, ਤੇ ਉਸ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਆ ਬੱਚੇ? ਫੋਕਸ। In a concave lens, it appears to diverge from the focus on the same side of the lens. ਤਾਂ ਬੱਚੇ ਇਹ ਜੋ concave lens ਹੈ ਜਾਂ ਜੋ ਅਵਤਲ lens ਹੈ, ਅਵਤਲ lens ਦੇ ਵਿੱਚ ਕੀ ਹੁੰਦਾ ਹੈ ਕਿ ਮੁੱਖ ਧੁਰੇ ਦੇ ਸਮਾਨਾਂਤਰ ਜੋ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਹਨ ਉਹਨਾਂ ਕਿਰਨਾਂ ਨੂੰ ਇਹ ਅਵਤਲ lens ਕੀ ਹੈ? ਖੰਡਾ ਦਿੰਦਾ ਹੈ। ਤੇ ਜੇ ਅਸੀਂ ਇਹਨਾਂ ਨੂੰ ਪਿੱਛੇ ਵੱਲ ਵਧਾ ਕੇ ਦੇਖੀਏ ਤਾਂ ਸਾਨੂੰ ਲੱਗੇਗਾ ਕਿ ਇਹ ਸਾਰੀਆਂ ਕਿਰਨਾਂ ਜੋ ਹਨ ਇੱਕ ਪੁਆਇੰਟ ਤੋਂ ਨਿਕਲ ਰਹੀਆਂ ਹਨ। ਇਸ ਪੁਆਇੰਟ ਨੂੰ ਅਸੀਂ ਕੀ ਹੈ? ਅਵਤਲ ਲੈਂਸ ਦਾ ਫੋਕਸ ਮੰਨਦੇ ਹਾਂ। ਤਾਂ ਬੱਚੇ ਇੱਥੇ ਇੱਕ ਦੱਸਣ ਵਾਲੀ ਗੱਲ ਹੈ ਕਿ ਇੱਥੇ ਜੋ
अवतल लेंस का जो फोकस है ये की होएगा, वर्चुअल होएगा। वर्चुअल मीनस आभासी, ਜਾਂ ਅਸੀਂ कह सकते हैं कि अवतल लेंस ਦੇ ਵਿੱਚ ਅਸੀਂ प्रतिबिंब की तस्वीर प्राप्त नहीं कर सकते, जबकि उत्तल लेंस जो है, उत्तल लेंस ਦੇ ਵਿੱਚ असल ਦੇ ਵਿੱਚ प्रकाश ਦੀਆਂ किरणां एक जगह उत्ते इकट्ठियां ਹੁੰਦੀਆਂ ਹਨ, जिस ਨੂੰ ਅਸੀਂ फोकस कहने ਆ। इस ਨੂੰ रियल फोकस भी कहा जाता है। तो अच्छा बच्चे, रियल का की मतलब होया? रियल तो भाव है कि उत्तल लेंस ਵਿੱਚ जो भी प्रकाश ਦੀਆਂ किरणां आ रही हैं ਉਹ सब इकट्ठियां हो के फोकस के उपर असल दे विच वस्तु की तस्वीर बनाउणगियां। ठीक है बच्चे, इसलिए उत्तल लेंस का जो प्रतिबिंब है वह वास्तविक प्रतिबिंब होएगा, जबकि अवतल लेंस जो प्रतिबिंब बनाएगा वह ज्यादातर की होएगा, आभासी प्रतिबिंब होगा। हाँ जी, इन अ कॉन्वेक्स लेंस अ रे ऑफ लाइट passing through the focus after refraction goes parallel to the principal axis। ਤਾਂ ਬੱਚੇ एक कॉन्वैक्स लेंस ਜਾਂ एक उत्तल लेंस जो है, ਇਸ ਦੇ ਵਿੱਚ ਕੀ ਹੈ, ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਲੈਂਸ ਦੇ ਫੋਕਸ ਵਿੱਚੋਂ ਦੀ ਲੰਘਦੀ ਹੈ ਤਾਂ ਲੈਂਸ ਵਿੱਚੋਂ ਅਪਵਰਤਨ ਤੋਂ ਬਾਅਦ ਉਹ ਪ੍ਰਕਾਸ਼ ਦੀ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਹੋ ਜਾਂਦੀ ਹੈ। In a concave lens, a ray of light directed towards the focus after refraction goes parallel to the principal axis। ਤਾਂ ਇਸੇ ਤਰ੍ਹਾਂ ਬੱਚੇ ਕਨਵੈਕਸ ਲੈਂਸ ਜਾਂ ਜੋ ਉੱਤਲ ਲੈਂਸ ਜੋ ਹੈ, ਇਸ ਵਿੱਚ ਕੀ ਹੈ ਕਿ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇਸ ਅਵਤਲ ਲੈਂਸ ਦੇ ਫੋਕਸ ਵੱਲ ਭੇਜੀ ਜਾਂਦੀ ਹੈ ਤਾਂ ਇਹ ਪ੍ਰਕਾਸ਼ ਦੀ ਕਿਰਨ ਇਸ ਅਵਤਲ ਲੈਂਸ ਦੇ ਵਿੱਚੋਂ ਅਪਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨਾਂਤਰ ਹੋ ਜਾਂਦੀ ਹੈ। In a convex lens and concave lens, a ray of light passing through the optical center goes without any deviation। ਤਾਂ ਬੱਚੇ ਇੱਕ ਉੱਤਲ ਲੈਂਸ ਜਾਂ ਇੱਕ ਅਵਤਲ ਲੈਂਸ, ਇਹਨਾਂ ਦੋਨਾਂ ਲੈਂਸਾਂ ਦੇ ਵਿੱਚ ਜਦੋਂ ਕੋਈ ਪ੍ਰਕਾਸ਼ ਦੀ ਕਿਰਨ ਇਹਨਾਂ ਲੈਂਸਾਂ ਦੇ ਆਪਟੀਕਲ ਸੈਂਟਰ ਜਾਂ ਪ੍ਰਕਾਸ਼ੀ ਕੇਂਦਰ ਵਿੱਚੋਂ ਦੀ ਲੰਘਦੀ ਹੈ ਤਾਂ ਇਹ ਪ੍ਰਕਾਸ਼ ਦੀ ਕਿਰਨ ਕਿਸੇ ਪਾਸੇ ਵੱਲ ਵੀ ਨਹੀਂ ਮੁੜਦੀ ਤੇ ਇਹ ਪ੍ਰਕਾਸ਼ ਦੀ ਕਿਰਨ ਦੋਨਾਂ ਲੈਂਸਾਂ ਦੇ ਆਪਟੀਕਲ ਸੈਂਟਰ ਜਾਂ ਪ੍ਰਕਾਸ਼ੀ ਕੇਂਦਰ ਵਿੱਚੋਂ ਬਿਨਾਂ ਮੁੜੇ ਸਿੱਧੀਆਂ ਲੰਘ ਜਾਣਗੀਆਂ। ਹਾਂਜੀ, नेचर, position and relative size of the image formed by a convex lens for various positions of the object। ਤਾਂ ਬੱਚੇ ਹੁਣ ਅਸੀਂ ਦੇਖਾਂਗੇ ਕਿ ਜਦੋਂ ਵਸਤੂ ਨੂੰ ਉੱਤਲ ਲੈਂਸ ਦੇ ਸਾਹਮਣੇ ਅਲੱਗ-ਅਲੱਗ ਥਾਵਾਂ ਤੇ ਰੱਖਿਆ ਜਾਂਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਵਸਤੂ ਦਾ ਜੋ ਪ੍ਰਤੀਬਿੰਬ ਹੈ ਉਹ ਕਿਸ ਤਰ੍ਹਾਂ ਦਾ ਬਣੇਗਾ। ਉਹ ਆਭਾਸੀ ਬਣੇਗਾ ਜਾਂ ਵਾਸਤਵਿਕ ਬਣੇਗਾ, F ਤੇ ਬਣੇਗਾ ਜਾਂ 2F ਤੇ ਬਣੇਗਾ। ਤਾਂ ਉਹ ਅਸੀਂ ਅਗਲੀ ਸਲਾਈਡ ਦੇ ਵਿੱਚ ਦੇਖਾਂਗੇ ਕਿ ਜਦੋਂ ਉੱਤਲ ਲੈਂਸ ਦੇ ਸਾਹਮਣੇ ਵਸਤੂ ਵੱਖ-ਵੱਖ ਸਥਿਤੀ ਤੇ ਪਈ ਹੈ ਤਾਂ ਉਸ ਸਥਿਤੀ ਦੇ ਵਿੱਚ ਵਸਤੂ ਦਾ ਪ੍ਰਤੀਬਿੰਬ ਕਿਸ ਤਰ੍ਹਾਂ ਦਾ ਅਤੇ ਕਿੱਥੇ ਬਣੇਗਾ। ਹਾਂਜੀ ਦੇਖੋ ਬੱਚੇ, ਹੁਣ ਇਹ ਆਪਣੇ ਕੋਲੇ ਕੀ ਹੈ, ਉੱਤਲ ਲੈਂਸ। ਤਾਂ ਪਹਿਲੀ ਸਥਿਤੀ ਦੇਖੋ, ਬਿਯੋਂਡ 2F ਐਟ ਫਾਈਨਾਈਟ ਡਿਸਟੈਂਸ। ਤਾਂ ਬੱਚੇ ਪਹਿਲੀ ਸਥਿਤੀ ਵਿੱਚ ਕੀ ਹੈ, ਅਸੀਂ ਜੋ ਵਸਤੂ ਲਈ ਹੈ ਉਹ ਕਿੱਥੇ ਪਈ ਹੈ, ਉਹ ਵਸਤੂ ਜੋ ਹੈ ਉਹ ਲੈਂਸ ਦੇ ਸਾਹਮਣੇ 2F ਤੋਂ ਪਿੱਛੇ ਪਈ ਹੈ। ਤਾਂ ਬੱਚੇ ਇਹ AB ਜੋ ਹੈ ਇਹ ਵਸਤੂ ਹੈ। ਤਾਂ ਹੁਣ ਇਹ ਵਸਤੂ ਜੋ ਹੈ ਇਹ ਉੱਤਲ ਲੈਂਸ ਦੇ ਸਾਹਮਣੇ 2F1 ਦੇ ਪਿੱਛੇ ਪਈ ਹੈ। ਤਾਂ ਇਸ ਸਥਿਤੀ ਦੇ ਵਿੱਚ ਵਸਤੂ ਦਾ ਜੋ ਪ੍ਰਤੀਬਿੰਬ ਹੈ ਉਹ ਕਿੱਥੇ ਬਣੇਗਾ, ਕਿੱਥੇ ਬਣੇਗਾ ਬੱਚੇ, ਬਿਟਵੀਨ F2 ਐਂਡ 2F2। ਤਾਂ ਬੱਚੇ ਇਸ ਵਸਤੂ AB ਦਾ ਪ੍ਰਤੀਬਿੰਬ ਇਸ ਲੈਂਸ ਵਿੱਚੋਂ ਅਪਵਰਤਨ ਤੋਂ ਬਾਅਦ ਪ੍ਰਤੀਬਿੰਬ ਕਿੱਥੇ ਬਣੇਗਾ,
F2 ਅਤੇ 2F ਦੇ ਵਿਚਕਾਰ ਬਣੇਗਾ। ਡਾਇਮਿੰਸ਼ਡ प्रतिबिंब जो है यह वस्तु के आकार के नालों छोटा होएगा। रियल एंड इनवर्टेड ते बच्चे ये जो प्रतिबिंब होएगा यह वास्तविक होएगा ते उल्टा होएगा। देखो A डैश B डैश जो है यह ए बी वस्तु का जो प्रतिबिंब है ते प्रतिबिंब जो है यह वास्तविक बनेगा ते उल्टा बनेगा। हाँ जी, दूसरी स्थिति देखो बच्चे, दूसरी स्थिति के विच की है एट 2F1। तो बच्चे दूसरी स्थिति दे विच जो वस्तु है वह लेंस के सामने 2F1 ते पई है। तो इस स्थिति दे विच वस्तु का प्रतिबिंब कित्थे बनेगा? एट 2F2। तो जदों उत्तर लेंस के सामने वस्तु 2F1 ते पई है तो उस वस्तु का प्रतिबिंब लेंस के दूसरे पासे 2F2 ते बनेगा। सेम साइज, तो प्रतिबिंब जो है उन्ने ही साइज का बनेगा जिन्ना के वस्तु का साइज है। रियल एंड इनवर्टेड तो बच्चे ये जो वस्तु का जो प्रतिबिंब है वास्तविक होएगा ते उल्टा होएगा। हाँ जी, अगली स्थिति देखो बिटवीन F1 एंड 2F1। तो बच्चे अगली स्थिति के विच की है जदों वस्तु लेंस के सामने F1 ਅਤੇ 2F1 ਦੇ ਵਿਚਕਾਰ ਪਈ ਹੈ ਤਾਂ ਇਸ ਸਥਿਤੀ ਦੇ ਵਿੱਚ प्रतिबिंब कित्थे बनेगा? बिटवीन 2 नहीं बियॉन्ड 2F2। तो बच्चे जदों वस्तु उत्तर लेंस के सामने F1 ਅਤੇ 2F1 ਦੇ ਵਿਚਕਾਰ ਪਈ है ਤਾਂ इस स्थिति ਦੇ ਵਿੱਚ वस्तु का प्रतिबिंब F2 तो ਜਾਂ 2F2 ਤੋਂ ਪਰਾਂ ਬਣੇਗਾ, ਪਿੱਛੇ ਬਣੇਗਾ। मैग्नीफाइड ਤਾਂ ਇਸ ਸਥਿਤੀ ਦੇ ਵਿੱਚ ਕੀ ਹੈ ਬੱਚੇ, ਇਹ ਜੋ ਵਸਤੂ ਦਾ ਜੋ ਪ੍ਰਤੀਬਿੰਬ ਹੈ ਇਹ ਵਸਤੂ ਦੇ ਆਕਾਰ ਦੇ ਨਾਲੋਂ ਕੀ ਹੋਏਗਾ? ਵੱਡਾ ਹੋਏਗਾ। ਰੀਅਲ ਐਂਡ ਇਨਵਰਟਡ प्रतिबिंब जो है यह वास्तविक होगा ते उल्टा होगा। हाँ जी, अगली स्थिति देखो बच्चे एट F1। तो बच्चे इस स्थिति दे विच की है कि जदों उत्तर लेंस के सामने जो वस्तु है वो F1 के उपर पई है तो ये वस्तु जो है उत्तर लेंस के सामने F1 ते पई है तो इस स्थिति दे विच प्रतिबिंब जो है वह कित्थे बनेगा? एट इनफाइनाइट। तो बच्चे जदों वस्तु लेंस के सामने फोकस या F1 ते पई है तो इस स्थिति दे विच वस्तु का जो प्रतिबिंब है बहुत ज्यादा दूरी ते बनेगा। हाईली मैग्नीफाइड बहुत ज्यादा वड्डा होगा। रियल एंड इनवर्टेड वास्तविक होएगा ते उल्टा होएगा। हाँ जी, अगली स्थिति देखो बिटवीन लेंस एंड F1। तो बच्चे अगली स्थिति दे विच की है जदों वस्तु लेंस अते F1 दे विचकार पई है तो इस स्थिति दे विच प्रतिबिंब कित्थे बनेगा? कित्थे बनेगा? ऑन सेम साइड ऑफ ऑब्जेक्ट। तो बच्चे जदों वस्तु लेंस दे सामने लेंस अते F1 दे विचकार पई है तो इस स्थिति दे विच वस्तु का जो प्रतिबिंब है उसे ही साइड ते बनेगा जिस साइड ते वस्तु पई है। ते ये जो प्रतिबिंब है इसका साइज की होगा बच्चे? मैग्नीफाइड। जो आप कह सकते हैं कि वस्तु का जो प्रतिबिंब है वह वड्डा बनेगा। वर्चुअल एंड इरैक्ट तो की है वस्तु का जो प्रतिबिंब है वड्डा होगा, आभासी होगा अते सीधा होगा। हाँ जी, नेचर पोजीशन एंड रिलेटिव साइज ऑफ द इमेज फॉर्म्ड बाय अ कॉनकेव लेंस फॉर वेरियस पोजीशंस ऑफ द ऑब्जेक्ट। तो बच्चे हुण असीं अवतल लेंस दे विच देखांगे कि जदों वस्तु वख-वख जगह दे उत्ते पई है तो उस स्थिति दे विच वस्तु का जो प्रतिबिंब है किस तरह का बनेगा अते कित्थे बनेगा। इमेज फॉर्म्ड बाय कॉनकेव लेंस। तो बच्चे हुण असीं देखांगे
कि अवतल लेंस दे विच प्रतिबिंब किस तरह बनते हैं। पोजीशन ऑफ द ऑब्जेक्ट, पोजीशन ऑफ द इमेज, साइज ऑफ द इमेज, नेचर ऑफ द इमेज। तो बच्चे देखो पहला है पोजीशन ऑफ द ऑब्जेक्ट, तो वस्तु कित्थे पई है, एट इनफिनिटी। तो बच्चे इनफिनिटी का मतलब होता है कि वस्तु जो है बहुत ज्यादा दूरी ते पई है। पोजीशन ऑफ द इमेज एट फोकस F1। तो बच्चे जदों वस्तु बहुत ज्यादा दूरी ते पई है तो उस वस्तु तो आ रहे प्रकाश दीयां किरणां नूं असीं मुख धुरे दे समानांतर मन लैने हां। तो इस स्थिति दे विच वस्तु जा जो प्रतिबिंब है वो कित्थे बनेगा बच्चे, एट फोकस F1। तो जदों वस्तु बहुत ज्यादा दूरी ते पई है तो उस वस्तु का प्रतिबिंब जो है वह फोकस F1 ते बनेगा। हाईली डैमेज्ड पॉइंट साइज। तो बच्चे जो वस्तु का जो प्रतिबिंब है ये बहुत ज्यादा छोटा बनेगा, जिस तरह की कोई एक पॉइंट होवे, बिल्कुल एक पॉइंट की तरह छोटा बनेगा उस वस्तु का प्रतिबिंब जो वस्तु बहुत ज्यादा दूरी ते पई है अवतल लेंस तो। वर्चुअल एंड इरैक्ट। तो बच्चे ये जो प्रतिबिंब बन रहा है फोकस के उपर, यह की है, सीधा होवेगा अते आभासी होवेगा। आभासी तो की भाव हुंदा है कि इस प्रतिबिंब नूं असीं परदे ते प्राप्त नहीं कर सकते, इस नूं असीं आभासी प्रतिबिंब भी कह दिंदे हां जां वर्चुअल इमेज भी कह दिंदे हां। हाँ जी बच्चों, अगली स्थिति देखो, बिटवीन इनफिनिटी एंड ऑप्टिकल सेंटर O ऑफ द लेंस। तो बच्चे दूजी स्थिति विच की है, ये वस्तु जो है इनफिनिटी अते ऑप्टिकल सेंटर O दे विचकार पई है। तो इस स्थिति दे विच प्रतिबिंब कित्थे बनेगा, बिटवीन फोकस F1 एंड ऑप्टिकल सेंटर O। तो बच्चे इस स्थिति दे विच वस्तु का जो प्रतिबिंब है वह फोकस F1 अते ऑप्टिकल सेंटर O जां प्रकाशी केंद्र O दे विचकार बनेगा। डायमिंस्ड, वस्तु दे साइज दे नालों छोटा होवेगा। वर्चुअल एंड इरैक्ट, प्रतिबिंब जो है यह आभासी होएगा अते सीधा होवेगा। तो बच्चे इत्थे एक गल नोट करो कि अवतल लेंस दे विच जिन्ने भी प्रतिबिंब बनगे वो सारे ही आभासी होणगे अते सीधे होणगे। हाँ जी, साइन कन्वेंशन फॉर स्फेरिकल लेंसेज। हाँ जी बच्चे, गोलाकार लेंसां दे लई चिन्ह परंपरावां। साइन कन्वेंशनस विद स्फेरिकल लेंसेज। तो बच्चे हुण असीं गोलाकार लेंसां दे लई चिन्ह परंपरावां देखांगे। The distance measured in the direction of the incident light are taken as positive and that measured opposite to the direction of the incident light are taken as negative। तो बच्चे वो दूरियां जो प्रकाश की दिशा वाल मापिया गई हैं उन्हां दूरियां नूं असीं पॉजिटिव लवांगे जां धनात्मक लवांगे, अते जो दूरियां प्रकाश की दिशा तो उल्ट दिशा विच मापिया गई हैं उन्हां नूं असीं नैगेटिव लवांगे। इसे तरह ही बच्चे मुख धुरे तो उपर वाल मापिया गई दूरियां नूं असीं पॉजिटिव लवांगे जां धनात्मक लवांगे, अते मुख धुरे तो हेठा वाल मापिया गई दूरियां नूं असीं नैगेटिव जां ऋणात्मक लवांगे। हाँ जी बच्चे, अगे आ गया लेंस फॉर्मूला फॉर स्फेरिकल लेंसेज। तो बच्चे हुण असीं गोलाकार लेंसां दे लई लेंस फॉर्मूले बारे पढ़ांगे। तो पहला देखो लेंस फॉर्मूला की हुंदा है। द लेंस फॉर्मूला फॉर स्फेरिकल लेंसेज is the relationship between the object distance u, image distance v and focal length f. The lens formula is expressed as 1 by v minus 1 by u is equal to
1/f। तो बच्चे ये जो लेंस फार्मूला है ये की है? तो बच्चे ये लेंस फार्मूला जो है ये वस्तु की दूरी u, प्रतिबिंब की दूरी v ਅਤੇ फोकस दूरी f ਦੇ ਵਿਚਕਾਰ संबंध ਨੂੰ ਦਰਸਾਉਂਦਾ है। ਤਾਂ ਲੈਂਸ ਫਾਰਮੂਲਾ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ 1/v। v ਕੀ ਹੈ ਬੱਚੇ ਇੱਥੇ प्रतिबिंब की दूरी माइनस 1/u, u की है इत्थे वस्तु की दूरी बराबर 1/f, f की है बच्चे इत्थे फोकस दूरी। तो इसलिए लेंस फार्मूला की बन जाता साडा 1/v माइनस 1/u बराबर 1/f। हाँ जी, अगे आ गया मैग्नीफिकेशन प्रोड्यूस्ड बाय सफेरिकल लेंसेज। बच्चे हुण असीं गोलाकार लेंसां दी मैग्नीफिकेशन बारे पढ़ांगे। मैग्नीफिकेशन की है? मैग्नीफिकेशन फॉर सफेरिकल लेंस इज द रेशियो ऑफ द हाइट ऑफ द इमेज टू द हाइट ऑफ द ऑब्जेक्ट। तो बच्चे मैग्नीफिकेशन की है? तो लेंसां दे लई जो मैग्नीफिकेशन है उस नूं असीं m दे नाल प्रदर्शित करते हाँ ते किस दे बराबर हुंदी है? प्रतिबिंब की उचाई बटे वस्तु की उचाई। तो इस तरह असीं लिख सकते हैं मैग्नीफिकेशन की है m बराबर v। v की है बच्चे प्रतिबिंब की उचाई बाय u, u की है वस्तु की उचाई। हाँ जी बच्चे, अगे आ गया पावर ऑफ अ लेंस या लेंस की शक्ति। द पावर ऑफ अ लेंस इज द रेसिप्रोकल ऑफ इट्स फोकल लेंथ इन मीटर्स। तो बच्चे ये जो लेंस की जो शक्ति है वो इसकी फोकस दूरी का उल्ट होंदी है। जिस तरह की P = 1/f इन मीटर्स। तो बच्चे P की है पावर = 1/f की है फोकल लेंथ या फोकस दूरी। तो इस परिभाषा तो असीं कह सकते हैं कि उस लेंस की पावर ज़्यादा होएगी जिसकी फोकस दूरी घट है, या असीं कह सकते हैं कि जिसकी फोकस दूरी वध होएगी उसकी पावर घट होएगी। ठीक है जी। तो P = 1/f और f = 1/p कि जिस लेंस की फोकस दूरी ज़्यादा होएगी उसकी पावर घट होएगी ते जिसकी पावर ज़्यादा होएगी उसकी फोकस दूरी घट होएगी। इसलिए बच्चे कहा गया है कि द पावर ऑफ अ लेंस इज द रेसिप्रोकल ऑफ इट्स फोकल लेंथ। तो लेंस की जो शक्ति है वो इसकी फोकस दूरी का उल्ट होंदी है। जे लेंस की पावर वध है तो उसकी फोकस दूरी घट होएगी, जे लेंस की फोकस दूरी वध है तो उसकी पावर घट होएगी। हाँ जी, लेंस की शक्ति असीं इस फार्मूले नाल लिख सकते हैं P = 1/f। हाँ जी, अगे आ गया द SI यूनिट ऑफ पावर इज डायोप्टर D। हाँ जी, तो बच्चे ये जो लेंस की जो शक्ति है इसका SI मात्रक की है डायोप्टर। इस नूं असीं D दे नाल प्रदर्शित करते हाँ। 1 डायोप्टर is the power of a lens whose focal length is 1 मीटर। ठीक है जी। तो बच्चे एक डायोप्टर जो है एक ही है, एक डायोप्टर उस लेंस की शक्ति है जिसकी फोकस दूरी कितनी है बच्चे 1 मीटर। द पावर ऑफ अ कॉन्वेक्स लेंस इज पॉजिटिव एंड द पावर ऑफ कॉनकेव लेंस इज नेगेटिव। तो बच्चे जो उत्तल लेंस है उसकी शक्ति धनात्मक होंदी है अते जो अवतल लेंस है उसकी शक्ति ऋणात्मक होंदी है। तो बच्चे मैनू उम्मीद है कि तुहानू साडा अज दा ये टॉपिक समझ आ गया होवेगा। जे तुहानू साडा अज दा ये टॉपिक चंगा लग्या तां साडे चैनल नू लाइक शेयर अते सबसक्राइब जरूर करो। अज दे इस टॉपिक नू ध्यान नाल सुनन दे लई तुहाडा सब दा बहुत बहुत धन्नवाद।